ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ, ਜਿਸ ਵਿੱਚ ਗੱਲ ਅੱਜ ਅਸੀਂ ਕਰਾਂਗੇ ਕਿਸਾਨਾਂ ਦੀ। ਤੇ ਮੈਂ ਵਿਜੇ ਬਰਾੜ ਤੁਹਾਡੇ ਨਾਲ ਹਾਜ਼ਰ ਹਾਂ ਤੁਹਾਡੇ ਸਾਹਮਣੇ, ਔਰ ਵੱਖ-ਵੱਖ ਮਹਿਮਾਨ ਸਾਡੇ ਨਾਲ ਜੁੜਨਗੇ। ਖੇਤੀ ਆਰਡੀਨੈਂਸ, ਖੇਤੀ ਕਾਨੂੰਨ ਜਿਹੜੇ ਪੰਜਾਬ ਵਿਧਾਨ ਸਭਾ ਵੱਲੋਂ ਅੱਜ ਪਾਸ ਕੀਤੇ ਗਏ ਨੇ, ਉਹਨਾਂ ਕਾਨੂੰਨਾਂ ਦੀ ਸੰਵਿਧਾਨਿਕ ਮਹੱਤਤਾ ਕੀ ਹੈ, ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਆ ਜਾਏਗਾ, ਕਿ ਕੇਂਦਰ ਦੇ ਕਾਨੂੰਨਾਂ ਨੂੰ ਪੰਜਾਬ ਸਰਕਾਰ ਰੱਦ ਕਰ ਸਕਦੀ ਹੈ ਜਾਂ ਨਹੀਂ। ਇਹ ਕਈ ਸਾਰੇ ਕਾਨੂੰਨੀ ਨੁਕਤੇ ਨੇ ਜਿਨ੍ਹਾਂ ਨੂੰ ਸਮਝਣਾ ਬੇहद ਜ਼ਰੂਰੀ ਹੈ, ਔਰ ਸਾਡੇ ਮਹਿਮਾਨਾਂ ਦੇ ਨਾਲ ਅਸੀਂ ਇਸ ਸਭ ਤੇ ਗੱਲਬਾਤ ਕਰਾਂਗੇ। ਸ਼ੁਰੂਆਤ ਵੱਡੀ ਖਬਰ ਦੇ ਨਾਲ ਕਰਨ ਜਾ ਰਹੇ ਹਾਂ। ਜੋ ਪੂਰੇ ਦਿਨ ਦੀ ਵੱਡੀ ਖਬਰ ਹੈ ਉਹ ਤੁਹਾਨੂੰ ਦੱਸਾਂਗੇ, ਤੇ ਉਸ ਤੋਂ ਬਾਅਦ ਅਸੀਂ ਪੂਰੇ ਇੱਕ ਪੁਆਇੰਟ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਦੀ ਸਭ ਤੋਂ ਵੱਡੀ ਬਹਿਸ ਅੱਜ ਅਸੀਂ ਲੈ ਕੇ ਆਏ ਹਾਂ, ਜੋ ਜ਼ਰੂਰੀ ਸੀ। ਇਸ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਨੂੰ ਹੋਰ ਵਧਾ ਦਿੱਤਾ ਗਿਆ ਹੈ। ਇਹ ਬੁੱਧਵਾਰ ਨੂੰ ਵੀ ਜਾਰੀ ਰਹੇਗਾ, ਪਰ ਇਸ ਸਭ ਦੇ ਵਿਚਾਲੇ ਕੇਂਦਰ ਦੇ ਕਾਨੂੰਨ ਰਿਜੈਕਟ ਕਰ ਦਿੱਤੇ ਗਏ ਨੇ। ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ 'ਚ ਸਰਬਸੰਮਤੀ ਦੇ ਨਾਲ ਬਿੱਲ ਪਾਸ ਕਰ ਦਿੱਤੇ ਗਏ ਕੇਂਦਰ ਦੇ ਕਾਨੂੰਨਾਂ ਦੇ ਖਿਲਾਫ, ਤੇ ਅਜਿਹੇ ਬਿੱਲ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਪੂਰੇ ਦੇਸ਼ ਦੇ ਵਿੱਚ ਬਣ ਚੁੱਕਿਆ ਹੈ। ਕਿਸਾਨਾਂ ਦਾ ਜ਼ਬਰਦਸਤ ਵਿਰੋਧ ਪੰਜਾਬ ਦੇ ਵਿੱਚ ਹੋਇਆ। ਉਸ ਤੋਂ ਬਾਅਦ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸੱਦਿਆ ਗਿਆ, ਤੇ ਤੁਹਾਨੂੰ ਵੀ ਦੱਸ ਦਈਏ ਕਿ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ, ਪਾਸ ਕੀਤੇ ਜਾਣ ਤੋਂ ਬਾਅਦ, ਇੱਕ ਆਲ ਪਾਰਟੀ ਵਫਦ ਰਾਜਪਾਲ ਦੇ ਨਾਲ ਮੁਲਾਕਾਤ ਕਰਨ ਵੀ ਪਹੁੰਚਿਆ। ਖਾਸ ਇਹ ਵੀ ਹੈ ਕਿ ਇਸ ਵਫਦ ਦੇ ਵਿੱਚ ਬੀਜੇਪੀ ਨਹੀਂ ਸੀ। ਬੀਜੇਪੀ ਦੇ ਦੋ ਵਿਧਾਇਕ ਨੇ ਪੰਜਾਬ ਦੇ ਵਿੱਚ, ਅਬੋਹਰ ਤੇ ਸੁਜਾਨਪੁਰ। ਉਹ ਦੋਵੇਂ ਵਿਧਾਇਕ ਨਾ ਤਾਂ ਸੈਸ਼ਨ 'ਚ ਪਹੁੰਚੇ, ਨਾ ਹੀ ਉਸ ਆਲ ਪਾਰਟੀ ਵਫਦ ਦੇ ਵਿੱਚ ਸੀ ਜਿਨ੍ਹਾਂ ਨੇ ਜਾ ਕੇ ਗਵਰਨਰ ਦੇ ਨਾਲ ਗੱਲਬਾਤ ਕੀਤੀ। ਤਾਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਬਿੱਲ ਪਾਸ ਹੋਏ ਨੇ। ਇਸ ਦਾ ਕੀ ਮਤਲਬ ਹੈ, ਇੱਕ ਪੁਆਇੰਟ ਤੁਹਾਨੂੰ ਦੱਸਾਂਗੇ, ਤੇ ਸਭ ਜਿਹੜੇ ਸਵਾਲ ਨੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਸਵਾਲ ਬਹੁਤ ਸਾਰੇ ਨੇ ਕਿ ਵਾਕਈ ਇਸ ਤਰੀਕੇ ਦਾ ਕੋਈ ਬਿੱਲ ਪਾਸ ਕੀਤਾ ਜਾ ਸਕਦਾ ਹੈ, ਕਿਹੜੀ ਧਾਰਾ ਅਨੁਛੇਦ ਦੇ ਤਹਿਤ ਪੰਜਾਬ ਸਰਕਾਰ ਨੇ, ਕਿਹੜੇ ਆਰਟੀਕਲ ਦੇ ਤਹਿਤ ਜਾ ਕੇ ਇਹ ਪੂਰਾ ਫੈਸਲਾ ਕੀਤਾ, ਬਿੱਲ ਪਾਸ ਕਰ ਦਿੱਤੇ। ਇਸ ਦੀ ਸੰਵਿਧਾਨਿਕ ਮਾਨਤਾ ਹੈ ਜਾਂ ਨਹੀਂ ਹੈ, ਮਹੱਤਤਾ ਹੈ ਜਾਂ ਨਹੀਂ ਹੈ, ਪੰਜਾਬ ਦੇ ਵਿੱਚ ਇਸ ਦਾ ਕੀ ਅਸਰ ਹੋਏਗਾ ਜਾਂ ਨਹੀਂ ਹੋਏਗਾ, ਕਿ ਹੁਣ ਪੰਜਾਬ ਦੇ ਕਿਸਾਨਾਂ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ। ਐਮਐਸਪੀ ਨੂੰ ਲੈ ਕੇ ਜਾਂ ਸਰਕਾਰੀ ਖਰੀਦ ਨੂੰ ਲੈ ਕੇ ਹਰ ਇੱਕ ਖਦਸ਼ਾ, ਹਰ ਇੱਕ ਸਵਾਲ, ਅਸੀਂ ਤੁਹਾਡਾ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਆਪਣੇ ਮਹਿਮਾਨਾਂ ਤੋਂ। ਸਾਡੇ ਨਾਲ ਚੇਤਨ ਮਿੱਤਲ ਅਸਿਸਟੈਂਟ ਸੋਲਿਸਿਟਰ ਜਨਰਲ ਨੇ, ਉਹ ਜੁੜੇ ਨੇ। ਚੇਤਨ ਮਿੱਤਲ ਸਾਹਿਬ ਤੋਂ ਸਭ ਤੋਂ ਪਹਿਲਾਂ ਕਮੈਂਟ ਅਸੀਂ ਲਵਾਂਗੇ। ਚੇਤਨ ਮਿੱਤਲ ਜੀ, ਜੋ ਪੰਜਾਬ ਦੇ ਕਾਨੂੰਨ ਨੇ, ਸਵੇਰ ਤੋਂ ਜੋ ਖਬਰਾਂ ਆ ਰਹੀਆਂ ਨੇ, ਹੁਣ ਤੱਕ ਤੁਹਾਨੂੰ ਉਹਨਾਂ ਦੀਆਂ ਬਰੀਕੀਆਂ ਵੀ ਪਤਾ ਲੱਗ ਗਈਆਂ ਹੋਣਗੀਆਂ। ਕਾਨੂੰਨਾਂ ਦੇ ਵਿੱਚ ਹੈ ਕਿ ਉਸ ਦੀਆਂ ਕਾਪੀਆਂ ਵੀ ਆ ਗਈਆਂ ਨੇ। ਕਿਸ ਤਰੀਕੇ ਨਾਲ ਦੇਖਦੇ ਹੋ, ਕੀ ਸੰਵਿਧਾਨਿਕ ਮਹੱਤਤਾ ਹੈ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਅੱਜ ਦੇ ਕਾਨੂੰਨਾਂ ਦੀ? ਮਿੱਤਲ ਸਾਹਿਬ। हाँ जी, मैं ਜਿਹੜਾ ਇਹ ਪੰਜਾਬ ਦੀ ਅਮੈਂਡਮੈਂਟ ਅੱਜ ਦੇ ਟਾਈਮ 'ਚ ਮੈਂ ਦੇਖ ਰਿਹਾ, ਉਹਦੇ ਵਿੱਚ ਜੋ ਸੈਂਟਰ ਦੇ ਐਕਟ ਹੈ, ਉਹਦੇ ਐਕਟ ਦੇ ਅੰਦਰ ਇਹਨਾਂ ਨੇ ਅਮੈਂਡਮੈਂਟ ਲੈ ਕੇ ਆਏ हैं। ਬੜਾ ਸਰਪ੍ਰਾਈਜ਼ਿੰਗ ਹੈ। ਪਹਿਲਾ ਮੇਰਾ ਰਿਐਕਸ਼ਨ ਇਸ ਬਿੱਲ ਦੇ ਬਾਰੇ, ਅਮੈਂਡਮੈਂਟ ਦੇ ਬਾਰੇ ਇਹ ਹੈ ਕਿ ਇਹ ਬਿਲਕੁਲ ਅਨਕਨਸਟੀਟਿਊਸ਼ਨਲ ਹੈ। ਅਨਕਨਸਟੀਟਿਊਸ਼ਨਲ ਇਸ ਕਰਕੇ ਹੈ ਕਿ कॉन्स्टिट्यूशन दे अंदर अगर पार्लीमेंट कोई एक्ट लेके आंदी है और वो एक्ट दे बारे पावर सेंटर दी भी है ते स्टेट दी भी है, then आर्टिकल 254 दे मुताबिक सेंट्रल एक्ट, पार्लियामेंट एक्ट विल प्रिवेल। ओनली वन एक्सेप्शन इज देयर। वो एक्सेप्शन आर्टिकल 254 सब क्लॉज 2 च लिखा है कि अगर कोई भी तुसी अमेंडमेंट जिहड़ा ऑलरेडी सेंट्रल एक्ट है ਉਹਦੇ ਵਿੱਚ ਲਿਆਣਾ ਚਾਹੁੰਦੇ ਹੋ, ਉਹ ਅਮੈਂਡਮੈਂਟ ਲਿਆ ਕੇ ਪ੍ਰੈਜ਼ੀਡੈਂਸ਼ੀਅਲ ਅਸੈਂਟ ਇਜ਼ ਰਿਕੁਆਇਰਡ। ਨਾਓ ਅੱਜ ਦਾ ਜਿਹੜਾ ਅਮੈਂਡਮੈਂਟ ਲੈ ਕੇ ਆਏ ਹੈ, ਉਹ ਇਨ ਰਿਪਗਨੈਂਟ ਟੂ ਦੀ ਸੈਂਟਰਲ ਐਕਟ ਹੈ, ਕੰਟਰਰੀ ਕਹਿ ਲੋ ਨਾਰਮਲ ਭਾਸ਼ਾ 'ਚ। ਔਰ ਜਦ ਤੱਕ ਪ੍ਰੈਜ਼ੀਡੈਂਸ਼ੀਅਲ ਅਸੈਂਟ ਨਹੀਂ ਮਿਲਦੀ, ਤਦ ਤੱਕ ਇਸ ਅਮੈਂਡਮੈਂਟ ਐਕਟ ਵਿਲ ਬੀ ਕੰਸੀਡਰਡ ਐਜ਼ ਅਨਕਨਸਟੀਟਿਊਸ਼ਨਲ। ਇੱਕ ਬੜੀ ਸਰਪ੍ਰਾਈਜ਼ਿੰਗ ਹੈ, ਵੈਦਰ ਤੁਸੀਂ ਪੰਜਾਬ ਦੇ ਜਾਂ ਫਾਰਮਰਸ ਦੀ ਹੱਕ ਦੀ ਗੱਲ ਕਰ ਰਹੇ ਹੋ ਜਾਂ ਅਦਰਵਾਈਜ਼ ਗੱਲ ਕਰ ਰਹੇ ਹੋ। ਇਸ ਦੇ ਵਿੱਚ ਕਲੌਜ਼ 6 ਪਾਤੀ ਦੀ ਹੈ। ਮੈਨੂੰ ਨਹੀਂ ਸਮਝ ਆਇਆ ਕਿ ਕਿਸ ਕਾਨੂੰਨੀ ਬੰਦੇ ਨੇ ਇਹ ਸਲਾਹ ਪੰਜਾਬ ਸਰਕਾਰ ਨੂੰ ਦਿੱਤੀ ਕਿ ਇਹ ਜਿਹੜਾ ਐਕਟ ਹੈ ਅਮੈਂਡਮੈਂਟ, ਇਹ ਸੈਂਟਰਲ ਐਕਟ ਨੂੰ ਓਵਰਰਾਈਡ ਕਰੇਗਾ। ਯੂ ਆਰ ਗੋਇੰਗ ਬਿਯੋਂਡ ਦੀ ਕਨਸਟੀਟਿਊਸ਼ਨ। ਤੁਸੀਂ ਖੁਸ਼ ਕਰਨ ਵਾਸਤੇ ਇੱਕ ਪੋਲੀਟੀਕਲ ਡਿਸੀਜਨ ਲਿੱਤਾ ਹੈ, ਪਰ ਕਮ ਸੇ ਕਮ बेसिक एक्ट ਤਾਂ ਪੜ੍ਹ ਲਓ। ਜਿਹੜੀ ਅਮੈਂਡਮੈਂਟ ਲੈ ਕੇ ਆਇਓ, ਕਿਆ ਕਨਸਟੀਟਿਊਸ਼ਨ ਦੇ ਮੁਤਾਬਿਕ ਉਹਦੇ ਵਿੱਚ ਉਹ ਸਟੈਂਡ ਵੀ ਕਰੇਗੀ ਫਸਟ ਡੇ ਤੇ। वन कैन से कि एग्रीकल्चर स्टेट सब्जेक्ट है या सेंट्रल एक्ट है। इन्होंने मान लिया है
ਕਿ ਸੈਂਟਰਲ ਐਕਟ ਤਾਂ ਠੀਕ ਹੈ, ਉਹਦੇ ਵਿੱਚ ਅਸੀਂ ਅਮੈਂਡਮੈਂਟ ਲੈ ਕੇ ਆਏ ਹਾਂ। ਇਹਦਾ ਮਤਲਬ ਦੇ ਹੈਵ ਐਕਸੈਪਟਡ ਦੈਟ ਸੈਂਟਰ ਨੂੰ ਪਾਵਰ ਸੀਸ ਨੂੰ ਐਕਟ ਇਨੈਕਟ ਕਰਨ ਵਾਸਤੇ ਉਹਦੇ ਵਿੱਚ ਇਹ ਕੰਟਰੇਰੀ ਇੱਕ ਅਮੈਂਡਮੈਂਟ ਲੈ ਕੇ ਆ ਰਹੇ ਹਨ। ਮੈਨੂੰ ਜਿੰਨੇ ਮਰਜ਼ੀ ਵਕੀਲ ਜੇ ਬੜੇ ਤੋਂ ਬੜੇ ਵਕੀਲ ਆਈ ਚੈਲੰਜ them ਕਿ ਅਨਲੈਸ ਅ ਪ੍ਰੈਜ਼ੀਡੈਂਸ਼ੀਅਲ ਅਸੈਂਟ ਇਜ਼ ਗਿਵਨ this act is totally unconstitutional। ਠੀਕ ਹੈ ਸਰ, ਜਿਹੜਾ ਤੁਸੀਂ 254 ਕਲੌਜ਼ 2 ਦਾ ਜ਼ਿਕਰ ਕਰ ਰਹੇ ਹੋ, ਇਹ ਪੂਰਾ ਹਵਾਲਾ ਹੀ ਇਸ ਦਾ ਦਿੱਤਾ ਜਾ ਰਿਹਾ ਹੈ ਕਿ ਆਰਟੀਕਲ 254 ਸਾਨੂੰ ਇਜਾਜ਼ਤ ਦੇ ਰਿਹਾ ਹੈ ਕਿ ਜੇਕਰ ਕੋਈ ਸਟੇਟ ਜਾਂ ਸੈਂਟਰ ਦੇ ਦੋਨਾਂ ਦੇ ਕੰਬਾਈਨਡ ਜਿਸ ਦੇ ਉੱਤੇ ਅਧਿਕਾਰ ਹੈਗੇ ਨੇ ਉਸ ਦੇ ਵਿੱਚ ਜਾ ਕੇ ਅਮੈਂਡਮੈਂਟ ਕੀਤੀ ਜਾ ਸਕਦੀ ਹੈ ਜੋ ਪਾਰਲੀਮੈਂਟ ਨੇ ਪਾਸ ਕਰ ਦਿੱਤਾ। ਤੇ ਤੁਸੀਂ ਕਹਿ ਰਹੇ ਹੋ ਕਿ ਇਹ ਉਸ ਤਰੀਕੇ ਨਾਲ ਨਹੀਂ ਹੈ ਕਿਉਂਕਿ ਜਿਹੜਾ ਖੇਤੀਬਾੜੀ ਸਬਜੈਕਟ ਹੈ ਇਹ ਲਗਾਤਾਰ ਪੰਜਾਬ ਗਵਰਨਮੈਂਟ ਕਹਿੰਦੀ ਆਈ ਹੈ ਕਿ ਤਾਂ ਐਗਰੀਕਲਚਰ ਦਾ ਸਟੇਟ ਸਬਜੈਕਟ ਹੈ ਤੇ ਇਸ ਦੇ ਉੱਤੇ ਫੈਡਰਲ ਪੂਰੇ ਸਿਸਟਮ ਨੂੰ ਜਿਹੜਾ ਚੈਲੰਜ ਕਰ ਰਹੀ ਹੈ ਸੈਂਟਰ ਗਵਰਨਮੈਂਟ। देखो अगर तो ये कह रहे हैं कि सेंटर नु पावर ही नहीं है इस एक्ट नु पास करने वास्ते, देन दे शुड गो टू द सुप्रीम कोर्ट चैलेंज इट कि ये तो सेंटर दी पावर ही नहीं है, ये स्टेट सब्जेक्ट है, एग्रीकल्चर है। आज जो बिल पास होया है वो जो सेंटर दे एक्ट दे विच अमेंडमेंट लेके आए हैं विच अमेंडमेंट रन्स कॉन्ट्रेरी टू द सेंट्रल एक्ट। अब ਇਹਦਾ मतलब वो ये नहीं कह रहे कि सेंटर नु पावर नहीं है, वो मान रहे हैं सेंटर नु पावर है। उस एक्ट ਦੇ ਵਿੱਚ ਅਮੈਂਡਮੈਂਟ ਲੈ ਕੇ ਆ ਰਹੇ ਹਨ। ਉਹ ਜਿਹੜੀ ਅਮੈਂਡਮੈਂਟ ਦੀ ਪਾਵਰ ਹੈ ਉਹ ਗਵਰਨ ਹੁੰਦੀ ਹੈ ਆਰਟੀਕਲ 254 ਦੇ ਨਾਲ। 254 ਇਹ ਕਹਿੰਦਾ ਹੈ ਕਿ ਪਾਵਰ ਇੱਕੋ ਹੀ ਕਾਰਨ ਇੱਕੋ ਚ ਹੋ ਸਕਦੀ ਹੈ ਅਨਲੈਸ ਪ੍ਰੈਜ਼ੀਡੈਂਸ਼ੀਅਲ ਅਸੈਂਟ ਮਿਲੇ ਇਸ ਅਮੈਂਡਮੈਂਟ ਨੂੰ। ਕਮਾਲ ਦੀ ਗੱਲ ਇਹ ਹੈ ਕਿ ਇਸ ਅਮੈਂਡਮੈਂਟ ਐਕਟ ਚ ਵੀ ਇੱਕ ਕਲੌਜ਼ ਲੈ ਲਿੱਤੀ ਜਾਈ ਵਿਚ ਇਜ਼ ਟੋਟਲੀ ਅਨਕਨਸਟੀਟਿਊਸ਼ਨਲ, ਜਿਸ ਚੋਂ ਇਹ ਕਹਿ ਰਹੇ ਹਨ ਕਿ ਜੋ ਵੀ ਅਸੀਂ ਇਸ ਐਕਟ ਚ ਕਰਤੇ ਆ ਇਫ ਇਟ ਇਜ਼ ਕੰਟਰੇਰੀ ਟੂ ਐਨੀ ਅਦਰ ਐਕਟ whether central or anything state act will come into force। ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿਸੇ ਨੇ ਪੜ੍ਹਦੇ ਹੋਏ ਇਹ ਦੇਖਿਆ ਹੀ ਨਹੀਂ। ਅੱਛਾ ਇਟ ਇਜ਼ ਸਟੇਟ ਅਵੇ ਇਸ ਦੇ ਵਿੱਚ ਇੱਕ ਨੁਕਤਾ ਹੋਰ ਹੈ, ਚਾਹੇ ਪੰਜਾਬ ਸਰਕਾਰ ਹੋਵੇ ਜਾਂ ਬਾਕੀ ਧਿਰਾਂ ਹੋਣ, ਉਹ ਇੱਕ ਨੁਕਤਾ ਹੋਰ ਲੈ ਕੇ ਚੱਲ ਰਹੀਆਂ ਕਿ ਚਲੋ ਅੱਗੇ ਜੇ ਪ੍ਰੈਜ਼ੀਡੈਂਸ਼ੀਅਲ ਉਹਨਾਂ ਨੂੰ ਜੇ ਪ੍ਰੈਜ਼ੀਡੈਂਟ ਦੀ ਐਸੈਂਟ ਨਹੀਂ ਮਿਲਦੀ ਹੈ ਤਾਂ ਫਿਰ ਉਹਨਾਂ ਨੂੰ ਕਾਨੂੰਨੀ ਲੜਾਈ ਲੜਨੀ ਪੈਣੀ ਹੈ। ਔਰ ਐਸੇ ਵਿੱਚ ਜੇ ਪੰਜਾਬ ਅਸੈਂਬਲੀ ਨੇ ਇਹ ਕਾਨੂੰਨ ਲੈ ਆਂਦੇ ਆ ਤਾਂ ਕਿਤੇ ਨਾ ਕਿਤੇ ਕਾਨੂੰਨੀ ਲੜਾਈ ਦੇ ਦੌਰਾਨ ਜਾਂ ਸੁਪਰੀਮ ਕੋਰਟ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਉੱਥੇ ਪੰਜਾਬ ਸਰਕਾਰ ਦਾ ਪੱਖ ਮਜ਼ਬੂਤ ਹੋਏਗਾ। ਇਹ ਵੀ ਇੱਕ ਉਹਨਾਂ ਵੱਲੋਂ ਜਿਹੜਾ ਤਰਕ ਹੈ ਉਹ ਦਿੱਤਾ ਜਾ ਰਿਹਾ ਹੈ ਇਹਨਾਂ ਕਾਨੂੰਨਾਂ ਨੂੰ ਪਰਮਿਟ ਕਰਦਾ। ਕਨਸਟੀਟਿਊਸ਼ਨ ਹੀ ਜਦ ਨਹੀਂ ਅਮੈਂਡਮੈਂਟ ਦਾ ਪਰਮਿਟ ਕਰ ਰਿਹਾ ਤਾਂ ਕੋਰਟ ਚ ਜਾ ਕੇ ਕੀ ਕਰਨਗੇ? ਪਹਿਲਾਂ ਤਾਂ ਇਹ ਗੱਲ ਹੈ ਕਿ ਪਹਿਲਾਂ ਤਾਂ ਇਹ ਕਹਿੰਦੇ ਰਹੇ ਹੈ ਕਿ ਇਹ ਸੈਂਟਰ ਦਾ ਸਬਜੈਕਟ ਨਹੀਂ ਹੈ। ਨਾਓ ਅੱਜ ਦੇ ਬਿੱਲ ਨੇ ਇਹ ਪੰਜਾਬ ਸਰਕਾਰ ਨੇ ਐਕਸੈਪਟ ਕਰ ਲਿਆ ਕਿ ਸੈਂਟਰ ਦੀ ਤਾਂ ਪਾਵਰ ਹੈਗੀ ਹੈ ਤੇ ਉਹਦੇ ਵਿੱਚ ਅਸੀਂ ਉਸ ਐਕਟ ਦੇ ਵਿੱਚ ਅਮੈਂਡਮੈਂਟ ਕਰਕੇ ਲੈ ਕੇ ਆ ਰਹੇ ਹਾਂ ਔਰ ਉਹ ਅਮੈਂਡਮੈਂਟ ਨੂੰ ਅਸੀਂ ਇਨਫੋਰਸ ਕਰਨਾ ਚਾਹ ਰਹੇ ਹਾਂ। ਔਰ ਉਸ ਐਕਟ 'ਚ ਇਹ ਵੀ ਲਿਖਤੇ ਅਮੈਂਡਮੈਂਟ ਇਟ ਇਜ਼ ਨਾਟ ਅ ਸੈਪਰੇਟ ਐਕਟ, ਜੋ ਆਲਰੇਡੀ ਸੈਂਟਰਲ ਐਕਟ ਹੈ ਉਹਦੀ ਪ੍ਰੋਵੀਜ਼ਨਾਂ ਨੂੰ ਅਮੈਂਡ ਕੀਤਾ ਜਾ ਰਿਹਾ ਹੈ। ਉਹ ਜਦ ਤੱਕ ਪ੍ਰੈਜ਼ੀਡੈਂਸ਼ੀਅਲ ਅਸੈਂਟ ਨਹੀਂ ਮਿਲੇਗੀ ਗਵਰਨਰ ਕੋਲ ਸਬਮਿਟ ਕਰ ਲੈਣ ਜੋ ਮਰਜ਼ੀ ਕਰ ਲੈਣ। और ਉਹਦੇ ਵਿੱਚ ਵੀ ऐसी clause पाती है which runs contrary to the constitution। Nobody can pass such an amendment, whether governor or any even court or anything, it is beyond constitution। ਤੁਸੀਂ clause 6 ਪੜ੍ਹ ਲਓ ਇਹਦੇ ਚ, ਉਹ ਕਹਿੰਦੇ this the provision of this act will have overriding effect notwithstanding anything contained in other code। मतलब ਇਹ ਹੋ ਗਿਆ ਕਿ ਐਕਟ ਚ ਪ੍ਰੋਵਾਈਡ ਕਰਤੇ ਆ ਕਿ ਇਹ override ਕਰੇਗਾ। How a state assembly can ਐਬਰੋਗੇਟ ਅ ਲਾਅ ਸੈਟ ਜਿਹੜਾ ਸੈਂਟਰਲ ਗਵਰਨਮੈਂਟ ਨੇ ਕੀਤਾ ਹੋਵੇ? ਨਹੀਂ ਸਰ, ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਦੇ ਉੱਤੇ ਚਰਚਾ ਚੱਲ ਰਹੀ ਸੀ ਪਰ ਜਿਹੜੀ ਸੈਂਟਰਲ ਗਵਰਨਮੈਂਟ ਦੇ ਨੁਮਾਇੰਦੇ ਨੇ ਉਹ ਇਹ ਹਵਾਲਾ ਦੇ ਰਹੇ ਸੀ ਕਿ ਐਗਰੀਕਲਚਰ ਟ੍ਰੇਡ ਜਿਹੜਾ ਹੈਗਾ ਉਹ ਸੈਂਟਰ ਦੇ ਅਧੀਨ ਆ ਰਿਹਾ ਹੈ ਤੇ ਜਿਹੜਾ ਐਗਰੀਕਲਚਰ ਉਹ ਸਬਜੈਕਟ ਹੈ ਸਟੇਟ ਦਾ ਤੇ ਇਸ ਕਰਕੇ ਸਟੇਟ ਵੀ ਕਿਤੇ ਨਾ ਕਿਤੇ ਫਸੀ ਹੋਈ ਸੀ, ਪੈਚੀਦਾ ਮਾਮਲਾ ਲੱਗ ਰਿਹਾ ਸੀ। ਇਸ ਕਰਕੇ ਮਜਬੂਰੀ ਵੀ ਦੱਸੀ ਜਾ ਰਹੀ ਹੈ ਸਟੇਟ ਦੇ ਵੱਲੋਂ ਕਿ ਐਗਰੀਕਲਚਰ ਟ੍ਰੇਡ ਦੇ ਨਾਮ ਤੇ ਇਹਨਾਂ ਨੇ ਅਮੈਂਡਮੈਂਟ ਕਰਤੀ। नहीं फिर एक्ट ਨੂੰ ਚੈਲੰਜ ਕਰਨ ਨਾ, ਇਹ ਤਾਂ ਐਕਟ ਨੂੰ ਮੰਨ ਕੇ ਉਹਦੇ ਵਿੱਚ ਅਮੈਂਡਮੈਂਟ ਲੈ ਕੇ ਆ ਰਹੇ ਹਨ। ਕੁਐਸਚਨ ਇਹ ਨਹੀਂ ਹੈ, ਕੁਐਸਚਨ ਇਹ ਆਲਰੇਡੀ ਸੈਂਟਰਲ ਐਕਟ ਨੂੰ ਮੰਨ ਕੇ ਉਹਦੇ ਵਿੱਚ ਅਮੈਂਡਮੈਂਟ ਲੈ ਕੇ then they are bringing taking the route ਕਿ ਜਿੱਥੋਂ ਦੀ ਸਾਨੂੰ ਪ੍ਰੈਜ਼ੀਡੈਂਸ਼ੀਅਲ ਅਸੈਂਟ ਮਿਲ ਜੇ। ਇਹਦਾ ਮਤਲਬ ਇਹ ਮੰਨ ਰਹੇ ਹਨ ਕਿ ਸੈਂਟਰ ਦੀ ਪਾਵਰ ਹੈ। ਐਂਟਰੀ 33 ਦੇ ਵਿੱਚ ਜਿੰਨੀ ਵੀ ਡਿਬੇਟਸ ਆ ਰਹੀ ਹੈ ਇਟਸ ਅ ਕਨਕਰੈਂਟ ਲਿਸਟ ਜਿਸ ਚ ਸਟੇਟ ਤੇ ਪਾਰਲੀਮੈਂਟ ਬੋਥ ਆਰ ਇੰਪਾਵਰਡ ਟੂ। So they have agreed to that कि yes सेंटर ने एक्ट ठीक किया है
ਅਸੀਂ ਆਪਣਾ ਨਵਾਂ ਐਕਟ ਨਹੀਂ ਲੈ ਕੇ ਆਏ, ਅਸੀਂ ਉਹਦੇ ਵਿੱਚ ਅਮੈਂਡਮੈਂਟ ਸੀਕ ਕਰ ਰਹੇ ਹਾਂ। ਤਾਂ ਅਮੈਂਡਮੈਂਟ ਸੀਕ ਕਰ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਮੰਨ ਰਹੇ ਹੋ ਕਿ ਸੈਂਟਰ ਤੇ ਸਟੇਟ ਨੂੰ ਦੋਨਾਂ ਨੂੰ ਪਾਵਰ ਹੈ, ਔਰ ਉਹ ਅਮੈਂਡਮੈਂਟ ਦਾ ਪ੍ਰੋਸੀਜਰ ਆਰਟੀਕਲ 254 ਚ ਪ੍ਰੋਵਾਈਡਡ ਹੈ, that cannot be granted unless there is a presidential assent। ਔਰ ਜਿਹੜੀ ਕਲੌਜ਼ਸ ਜਿਹੜੀਆਂ ਪਾਈਆਂ ਹੈ ਉਹ ਤਾਂ ਆਲਰੇਡੀ ਐਗਜ਼ਿਸਟੈਂਸ ਹੈ। ਅਗਰ ਤੁਸੀਂ ਪੜੋ ਮਿਨੀਮਮ ਸਪੋਰਟ ਪ੍ਰਾਈਸ ਬਾਰੇ, they have restricted to wheat and paddy alone, read minimum support price। तो बाकी ਜਿਹੜੇ ਹੈਗੇ ਹੈ, ਔਰ ਉਹਦੇ ਫਿਰ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦੀ ਡੈਫੀਨੇਸ਼ਨ ਹੈ ਉਹ ਕਹਿੰਦੇ which is fixed by the central government। so this act only deals with wheat and crop, and that is also the price declared by the central government। ਠੀਕ ਹੈ। what about other crops? 90 crops ਦੀ ਸੈਂਟਰਲ ਗਵਰਨਮੈਂਟ ਡਿਕਲੇਅਰ ਕਰਦੀ ਹੈ MSP। ਦੋ ਜਿਹੜੀ ਸਨਫਲਾਵਰ ਤੇ ਮੱਕੀ ਹੈ ਉਹਦੇ ਬਾਰੇ ਆਲਰੇਡੀ ਝਗੜਾ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ, ਐਂਡ ਉਸ ਚ ਹਰਿਆਣਾ ਨੇ ਪਰਚੇਸ ਕਰ ਲਿਆ ਹੈ, ਔਰ ਪੰਜਾਬ ਹੈਜ਼ ਫੇਲਡ ਐਂਡ देयर इज अ कंटेम्प्ट पिटीशन पेंडिंग अगेंस्ट द पंजाब। so सिर्फ this act is an IFASH, it is dealing with only wheat and paddy which is already there, MSP is already there। ठीक है, मैं सर एक आखिरी सवाल पूछना चाहना ਤੁਹਾਡੇ ਤੋਂ, ਇਹ ਚੈलेंजेबल ਹੈ ਕਿ ਸੈਂਟਰ ਦੀ ਗਵਰਨਮੈਂਟ ਇਸ ਦੇ ਅਗੇਂਸਟ ਸੁਪਰੀਮ ਕੋਰਟ ਜਾ ਸਕਦੀ ਹੈ, ਜਾਂ ਫਿਰ ਜਦੋਂ ਤੱਕ ਪ੍ਰੈਜ਼ੀਡੈਂਟ ਦੀ ਇਸ ਨੂੰ ਮਨਜ਼ੂਰੀ ਨਹੀਂ ਮਿਲਦੀ ਉਸ ਵੇਲੇ ਤੱਕ ਤਾਂ ਕੁਝ ਵੀ ਨਹੀਂ ਹੈ? ਕਿਉਂਕਿ ਜਿਵੇਂ 2004 ਦੇ ਵਿੱਚ ਇੱਕ ਸਮਝੌਤੇ ਰੱਦ ਕਰਨ ਵਾਲਾ ਪੰਜਾਬ ਸਰਕਾਰ ਲੈ ਕੇ ਆਈ ਸੀ ਪਾਣੀਆਂ ਦੇ ਇਸ਼ੂ ਦੇ ਉੱਤੇ ਸਰ, ਉਸ ਨੂੰ ਲੈ ਕੇ ਬੜੀਆਂ ਚੀਜ਼ਾਂ ਚੱਲਦੀਆਂ ਰਹੀਆਂ। ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਹੈਗਾ, ਹਰਿਆਣਾ ਆਪਣਾ ਐਂਗਲ ਰੱਖਦਾ ਹੈ, ਪੰਜਾਬ ਆਪਣਾ ਐਂਗਲ ਰੱਖਦਾ ਹੈ, ਯਾਨੀ ਕਿ ਉਹ 15-16 ਸਾਲ ਆਲਰੇਡੀ ਹੋ ਚੁੱਕੇ ਨੇ ਕਿ ਇਸ ਤਰੀਕੇ ਨਾਲ ਇਹ ਬਿੱਲ ਪਾਸ ਹੋਣ ਤੋਂ ਬਾਅਦ ਕੁਝ ਉਸ ਤਰੀਕੇ ਦੇ ਹਾਲਾਤ ਬਣ ਸਕਦੇ ਨੇ ਕਿ ਨਾ ਤਾਂ ਬਿੱਲ ਨਵਾਂ ਲਾਗੂ ਹੋਏਗਾ ਸੈਂਟਰ ਦਾ, ਨਾ ਪੰਜਾਬ ਦਾ, ਪੁਰਾਣੀ ਵਾਲੀ ਜਿਹੜੀ ਕੰਡੀਸ਼ਨ ਆ ਉਹ ਹੀ ਐਜ਼ ਇਟ ਇਜ਼ ਚੱਲਦੀ ਰਹੇਗੀ। ਇਹ ਅਗਰ ਐਕਟ ਨੂੰ ਪੜਿਆ ਜਾਵੇ, ਇਟ ਇਜ਼ ਨਥਿੰਗ। ਇਹ ਅਗਰ ਤੁਸੀਂ ਐਕਟ ਨੂੰ ਅੱਛੀ ਤਰ੍ਹਾਂ ਤੋਂ ਨਜ਼ਰ ਮਾਰੋ, ਇਹਦੇ ਵਿੱਚ ਆਲਰੇਡੀ ਵੀਟ ਐਂਡ ਰਾਈਸ ਦੀ ਸਿਚੁਏਸ਼ਨ ਹੈ ਉਹਨੂੰ ਰੈਕੋਗਨਾਈਜ਼ ਕੀਤਾ ਹੈ, ਔਰ ਓਨਲੀ ਵਟ ਦੀ ਪੰਜਾਬ ਗਵਰਨਮੈਂਟ ਇਜ਼ ਬਾਰ-ਬਾਰ ਕਹਿ ਰਹੀ ਹੈ ਮੰਡੀ ਟੈਕਸ ਉਹਨਾਂ ਨੇ ਆਪਣਾ ਪ੍ਰੋਟੈਕਟ ਕੀਤਾ ਹੈ। ਇਸ ਤੋਂ ਇਲਾਵਾ MSP ਵੀਟ ਐਂਡ ਰਾਈਸ ਦੀ ਤਾਂ ਆਲਰੇਡੀ ਹੈਗੀ ਹੈ। ਰਾਦਰ ਅਗਰ ਕੋਈ ਵੀ ਟ੍ਰੇਡਰ ਬਿਯੋਂਡ MSP ਖਰੀਦਣਾ ਚਾਹ ਰਿਹਾ ਪੰਜਾਬ ਚ ਆ ਕੇ, ਉਹਦੇ ਦੇ ਉੱਪਰ ਫੀਸ ਲਗਾਈ ਜਾ ਰਹੀ ਹੈ। ਮੈਨੂੰ ਤਾਂ ਇਹ ਲੱਗਦਾ ਹੈ ਕਿਸੇ ਨੇ ਐਕਟ ਅੱਛੀ ਤਰ੍ਹਾਂ ਪੜਿਆ ਨਹੀਂ, ਇਹ ਜਲਦੀ ਤੋਂ ਲੈ ਕੇ ਆ ਗਏ, ਇਹਦਾ ਕੋਈ ਇਫੈਕਟ ਨਹੀਂ ਹੋਣ ਵਾਲਾ। ਇਹਨਾਂ ਨੇ ਮੰਡੀ ਟੈਕਸ ਆਪਣਾ ਬਚਾਇਆ ਹੈ ਐਂਡ ਓਵਰ ਐਂਡ ਅਬਵ ਇੱਕ ਫੀਸ ਲਗਾਤੀ ਹੈ ਅਗਰ ਕੋਈ ਟ੍ਰੇਡਰ ਆਵੇ। MSP ਤੋਂ ਵੈਸੇ ਵੀ ਅਵੇਲੇਬਲ ਹੈਗੀ ਪੰਜਾਬ ਚ ਵੀਟ ਤੇ ਰਾਈਸ ਤੇ। ਠੀਕ ਹੈ ਤੇ ਇਸ ਤੋਂ ਚਲੇ ਸਾਡੇ ਨਾਲ OP ਧਨਖੜ ਜੀ ਜੁੜ ਚੁੱਕੇ ਨੇ, ਸਾਬਕਾ ਖੇਤੀਬਾੜੀ ਮੰਤਰੀ ਨੇ ਤੇ ਹਰਿਆਣਾ BJP ਦੇ ਪ੍ਰੈਜ਼ੀਡੈਂਟ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਬਲਬੀਰ ਰਾਜੇਵਾਲ ਜੀ ਵੀ ਨੇ, ਅਮਨ ਅਰੋੜਾ ਜੀ ਵੀ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਧਨਖੜ ਸਾਹਿਬ, ਸ਼ੁਰੂਆਤ ਮੈਂ ਤੁਹਾਡੇ ਤੋਂ ਕਰਨ ਜਾ ਰਿਹਾ ਹਾਂ। ਸਭ ਤੋਂ ਪਹਿਲਾਂ ਪੰਜਾਬ ਸਟੇਟ ਦੇ ਵੱਲੋਂ, ਪੰਜਾਬ ਗਵਰਨਮੈਂਟ ਦੇ ਵੱਲੋਂ ਜਿਹੜੇ ਬਿੱਲ ਲਿਆਂਦੇ ਗਏ ਨੇ ਉਸ ਦੇ ਉੱਤੇ BJP ਦਾ ਪ੍ਰਤੀਕਰਮ। देखिए, बिल जो लेके आए हैं, आप पहले पूरी बात तो मुझे नहीं सुनी, आप चेतन मित्तल जी से बात कर रहे हैं जी। ये बिल जो केंद्र सरकार लेके आई है वो कॉन्करेंट लिस्ट पे है और वो इंटरनेशनल ट्रेड के, इंटरस्टेट ट्रेड के लिए है, तो किसी एक राज्य से उसका उस प्रकार का संबंध नहीं होता। पूरे देश भर में उन्होंने मार्केट फीस मंडियों से बाहर जीरो की है और पूरे देश के लिए ही उन्होंने इस प्रकार के कंटेक्ट के कानून बनाए हैं। तो इसलिए राज्य का वो विषय नहीं है, जो खेती-बाड़ी राज्य का विषय है वो अलग है, और इंटरस्टेट जब करना होता है, पूरे देश में करना हो, तो सेंटर का वो अधिकार होता है जी। दूसरा विषय जो ये कानून अभी पंजाब ने जो पास करने किया है, ये वास्तव में पंजाब के किसानों के लिए बहुत बड़ा संकट खड़ा कर दिया है। इन्होंने जो है सजा तय कर दी है कि कोई MSP से कम पर खरीदेगा तो उसको 3 साल की सजा और जुर्माना होगा। अब खरीदेगा कौन, सवाल यहां पर यह है। खरीदार चाहिए, क्योंकि कोई प्राइवेट आदमी बिजनेस करेगा तो वो तो फायदे के लिए करता है, और अगर देश के दूसरे राज्यों में सस्ता है, दूसरी जगह सस्ता मिल रहा है, तो वो MSP पे खरीद के कोई बिजनेस तो कर नहीं सकता। इसलिए खरीदार चाहिए। जब तक पंजाब सरकार खरीदार नहीं है, तब तक इस कानून का मतलब है पंजाब के किसानों की परेशानी का सबब बढ़ाना, उनको परेशान करना। आज हम बाजरा खरीद रहे हैं हरियाणा में,
2150 के भाव में, तो हम खरीदार हैं। लेकिन अगर देश का या प्रदेश का, पंजाब का भी बाजार भाव देखेंगे तो 1200-1300 रुपए है बाजरे का। लेकिन 2150 MSP है। किसान तो कह रहे हैं कि हमें व्यापारी चाहिए ही नहीं, सरकार जो एमएसपी निर्धारित करती है और जैसे फसल उठाती है वैसे ही उठाती रहे। नहीं, ये मैं तो आपसे पूछ रहा हूं कि जो कैप्टन अमरिंदर जी कानून लाए हैं, क्या उसमें खरीदार हैं वो? क्या उन्होंने खरीद की गारंटी दी है कि कैप्टन अमरिंदर जी बाजरा खरीदेंगे, मक्का खरीदेंगे, बाकी सारे मोटे अनाज खरीदेंगे, दलहन और तिलहन खरीदेंगे? केंद्र सरकार तो 2 अनाज खरीदने के लिए आती है, झुन्ना और कणक, और वो दाना दाना पंजाब हरियाणा का खरीदती है। उन दो की बात ही की है इस बिल में भी, वीट पैडी का ही जिक्र नहीं, बाकी तो वो तो खरीद हो ही जाएगी, तो उसमें मुद्दा ही नहीं है। वो तो फिर आईवास है। अगर बाकी अनाजों का क्या, अगर इतने वो किसानों के स्पेशलार हैं तो वो एक एक दाना, जैसे हम बाजरे का खरीद रहे हैं, 31 लाख टन खरीदा था, खरीदे ना पंजाब में, पूरा किसानों का खरीदे। इशू इसी चीज पर था ना। किसान यही कह रहे थे कि 2-3 साल बाद ऐसी स्थिति बन जाएगी कि मंडी सिस्टम कोलैप्स हो जाएगा पूरा। मंडी सिस्टम नहीं होगा तो फिर खरीदार नहीं होंगे, सरकारी खरीद नहीं होगी, और हमारी जो पैडी है या फिर वीट है वो खरीदी नहीं जाएगी, और जो एमएसपी है उससे बहुत नीचे आ जाएगी। जैसे आज चाहे मक्का खरीदा जा रहा है या फिर आज कॉटन खरीदा जा रहा है, वो यही इस चीज को सरकार कह रही है कि हमने दूर कर दिया, हमने वीट पैडी को सिक्योर कर दिया, बेफिक्र रहिए। नहीं, यही झूठ है। आज फिर कौन खरीद रहा है पैडी? 32,000 करोड़ रुपया केंद्र सरकार दे रही है, आगे कौन खरीदेगा? केंद्र सरकार खरीदेगी। खिवाए कैप्टन साहब झूठ के सिवा कुछ भी नहीं कह रहे। कौन खरीद रहा है? आगे अगला एमएसपी कणक का किसने डिक्लेयर किया है? केंद्र सरकार ने किया। क्या कैप्टन साहब ने किया है? कौन खरीद रहा है इस देश में कनक और पैडी को? हम ही खरीद रहे हैं। होले होले बंद करेंगे, दूसरा झूठ है। पहला झूठ था बंद कर देंगे, अब दूसरा झूठ है होले होले बंद करेंगे। 4 साल तो मोदी साहब की सरकार है, एक एक दाना खरीदेंगे। आगे कांग्रेस का मुझे तो लगता नहीं, आए तो वो बताएंगे। इसलिए ये तो प्योर झूठ के सिवा कुछ भी नहीं है। नहीं, जो अंदेशा जताया जा रहा था वो ये भी था कि प्राइवेट प्लेयर्स आएंगे, वो मजबूर कर सकते हैं किसान को उसकी फसल खरीदने के लिए। वो अब नहीं होने देगी पंजाब सरकार। पंजाब सरकार ये दावा कर रही है। किसी कानून की जरूरत नहीं थी। कोई आदमी अपनी नहीं बेचना चाहे नहीं बेच सकता, आजादी तो वैसे ही है। कोई किसी की जबरन ले लेगा क्या? सरकार खरीदेगी, एमएसपी पे खरीदेगी। केंद्र सरकार, प्रधानमंत्री बोल रहे हैं, उनसे बड़ी गवाही कौन सी है इस देश में? नहीं सर, फिर आपको कैसे लग रहा है कि पंजाब का किसान परेशान हो जाएगा? आप कह रहे हैं कि एमएसपी से नीचे वीट ना पैडी खरीदा नहीं जा रहा। अगर कोई बाहर से आएगा खरीदने, वो एमएसपी पे खरीद ले, उसको सजा नहीं होगी, तो फिर तो सिस्टम एज इट इज रहेगा, कोई दिक्कत ही नहीं। आपको कैसे लग रहा है कि पंजाब का किसान परेशान हो जाएगा? पहले तो इसलिए परेशान हो जाएगा, अगर इन्होंने लागू करना है, दम है इनके अंदर, तो बाजरे पे करे ना, मक्का पे करे ना, ये कपास पे करे ना, ये तिलहन पे करे ना, दलहन पे करे ना। आप जो बात कर रहे हैं, इतने किसान धनखड़ साहब, आप जो बात कर रहे हैं कि सरकार दे रही है 32,000 करोड़ रुपया, किसान उसी की लिखित में एश्योरेंस मांग रहे हैं कि उसी बिल में एक लाइन ऐड कर देते जी। किसान को दे रहे हैं और सारा दे रहे हैं, एक एक दाना खरीद रहे हैं। क्या किसी ने सीएसीपी के कानून में परिवर्तन किया है? क्या कृषि लागत और मूल्य आयोग को बदला है? जब बदला ही नहीं गया है तो ये हवा क्यों खड़ा किया? ये हवा प्योर पॉलिटिक्स है। कैप्टन अमरिंदर जी इस पॉलिटिक्स में शामिल हुए हैं, और ये हवा के सिवा कुछ भी नहीं है। ये खरीद जो की क्यों होनी है? हरियाणा पंजाब से होनी है, जैसे पहले होती रही। 10 राज्यों से गेहूं खरीदा जाता है, 23 राज्यों से जीरी झुन्ना खरीदा जाता है। ये खरीद ऐसे ही चलेगी। ये नौटंकी के सिवा कुछ नहीं है। अगर देना है इनको, ये लागू करना है तो बाजरे पर करें, ये लागू करना है तो मक्का पे करें, ये लागू करना है तो सरसों पे करें, दलहन पे करें, तिलहन पे करें। ये केंद्र के पैसे पे झूठ काय को बोल रहे हैं यहाँ खड़े होकर? ये कोई हाइपोथेटिकल सिचुएशन खड़ा करके और स्टेट में पॉलिटिक्स करना, ये बहुत गलत बात है। 3 साल बाद ये नहीं रहेंगे क्या? हम नहीं रहेंगे क्या? 4 साल बाद ये नहीं रहेंगे क्या? हम नहीं रहेंगे क्या? हम सब यही हैं। ऐसे ही एमएसपी रहेगा, ऐसे ही मंडी चलेगी, ऐसे ही खरीद होगी, केवल इनकी झूठ नहीं बिकेगी। धनखड़ साहब, बीजेपी अब चैलेंज करने जा रही है फिर इसको, क्या राष्ट्रपति तक पहुंच करने की कोशिश होगी? केंद्र की सरकार का क्या, क्योंकि आप रिप्रेजेंट कर रहे हैं सर केंद्र की सरकार को आज। नहीं, टेक्निकल विषय टेक्निकल लोग देखेंगे। मैं ये कहता हूं कि जो खरीद चल रही है उसमें कोई परिवर्तन होने वाला नहीं है। हम उसके ट्रस्टी हैं बीजेपी के लोग, ये झूठ बोल रहे हैं। नहीं, फिर ऐसे ही गेहूं की खरीद होगी। फिर बात तो वही आ गई ना सर, घूम फिर के। नहीं, अगर सब कुछ वैसे ही चल रहा है, सेंटर की सरकार आके खरीद रही है या सेंटर की एजेंसियां खरीद रही हैं, फिर किसान को तो कोई दिक्कत ही नहीं।
बस पंजाब सरकार ने यह कर दिया कि मंडी नहीं टूटने देंगे हम, कि अगर आप पंजाब में कहीं भी खरीदिए आपको फीस देनी पड़ेगी, जो पंजाब सरकार के खाते में पैसा जा रहा था वो जाएगा। तो किसान तो परेशान नहीं होगा ना, सरकार की जो परेशानी थी वो दूर हो गई। अरे मंडी तो हरियाणा में भी नहीं टूट रही, मंडी नहीं टूटने वाली, झूठ बोल रहे हैं ये, कोई मंडी नहीं टूटती। किसी ने एपीएमसी एक्ट को खत्म करने की बात नहीं की, केवल ये कहा है कि किसान मंडी से बाहर अगर बेचना चाहे, अपने खेत से बेचना चाहे, अपने खलियान से बेचना चाहे, अपने घर से बेचना चाहे, तो उसकी आजादी। धनखड़ साहब देखिए, मेरा सवाल सुनिए सर, जो किसान का या फिर एक आड़ती का अंदेशा है वो क्या है? वो ये है कि अगर आपने बाहर बेचनी शुरू कर दी, एक किसान के घर जाके एक प्राइवेट प्लेयर उसकी फसल खरीद लेता है, तो किसान कहेगा बहुत बढ़िया, मेरे को मंडी नहीं जाना पड़ा। लेकिन अगले 3-4 साल में इस तरह से मंडियां, आड़त सब कुछ खत्म हो जाएगा, तो ऐसे मंडी सिस्टम कोलैप्स हो सकता है, ये अंदेशा है। और इस बीच ये कह रहे हैं कि जब मंडियां खत्म हो गई तो फिर प्राइवेट प्लेयर अपनी मनमर्जी करेगा। भैया एपीएमसी किसका एक्ट है? मेरी स्टेट का एक्ट है। उसको चलाना किसका काम है? मेरी स्टेट का काम है। मैं मंडी में इसलिए खरीद रहा हूं कि 6% मार्केट फीस पंजाब को मिल रही है, 4% हमको मिल रही है। हम चलाना चाहेंगे कि नहीं चलाना चाहेंगे? मार्केट फीस दे कौन रहा है? केंद्र दे रहा है। झूठे अंदेशे खड़े करना बहुत गलत बात है, धनखड़ साहब गुमराह करना बहुत गलत। अगर आपके पास 5 मिनट और हैं तो हमारे साथ बलबीर सिंह राज्यपाल जुड़े हुए हैं पंजाब से। मैं आपसे क्षमा चाहूंगा, मैंने अपनी बात रख दी। इस बात में कोई आप 2 मिनट के लिए मैं इस बात में कोई अंतर आने वाला नहीं है, ये मेरी गारंटी है। भगवान ने 20 साल की उम्र है तो आप बाद में भी देखेगा न्यूज 18 चलो जो किसानों के खर्चे हैं वो तो सुन लीजिए, जो किसानों के खर्चे हैं वो आप उन्हीं की जुबान से सुन लीजिए। झूठ बोलने वालों के झूठ की पोल खुलेगी और कुछ बंद नहीं होगा, सब यूं चलता रहेगा। और पॉलिटिक्स अपनी जगह है, पॉलिटिक्स अपनी जगह है धनखड़ साहब, लेकिन किसान जो कह रहे हैं आप 2 मिनट के लिए वो सुन। मैं किसान का बेटा हूं इस परिवार में, तो किसान हमारे साथ जुड़े हुए हैं। आप 2 मिनट और, जहां इतनी देर हो गई धनखड़ साहब, जहां इतना टाइम हो गया, 2 मिनट और। किसान क्या कह रहे हैं? राज्यपाल साहब आपकी सारी बात सुन रहे हैं, उन्होंने इंटरप्ट नहीं किया। हम चाहते हैं कि आप 2 मिनट के लिए उनकी बात सुन लें, उसके बाद चले जाना। भैया मैंने आपके न्यूज 18 की बहस में शामिल होने से पहले ही कहा था कि मैं अपनी बात कहूंगा। मुझे अपनी बात मैंने कही है, बड़े आदर से कही है, और मैंने कहा ये सारा सिस्टम ऐसे ही चलने वाला है। सारा आंदोलन अंदेशे पे खड़ा किया है, और ये अंदेशा गलत है, ये अंदेशा व्यावहारिक नहीं है। और अगर कैप्टन साहब ने कुछ करना है तो बाजरा किसी को शामिल नहीं किया, आपकी बात सुनी है। हम सिर्फ 2 मिनट के लिए ये चाहते थे अगर आप किसान की बात सुन सके तो। मैं इस समय कैथल में अपने कार्यक्रमों में हूं, आपने आग्रह किया, मैं आपके शामिल हुआ, और मैं राज्यपाल के साहब के साथ बैठ लूंगा, बाकी जत्थेदारियों के साथ भी बैठ लूंगा। चलिए धन्यवाद, धन्यवाद, बहुत आभार। जी ਤਾਂ ਬੀਜੇਪੀ ਦੇ ਨੁਮਾਇੰਦੇ ਸਾਡੇ ਨਾਲ ਸੀ। ਹਰਿਆਣਾ ਬੀਜੇਪੀ ਦੇ ਪ੍ਰੈਜ਼ੀਡੈਂਟ ਨੇ ਓਪੀ ਧਨਖੜ ਸਾਹਿਬ ਤੇ ਸਾਬਕਾ ਖੇਤੀਬਾੜੀ ਮੰਤਰੀ ਨੇ। ਕਿਸਾਨ ਆਗੂ ਦੇ ਤੌਰ ਦੇ ਉੱਤੇ ਇਹਨਾਂ ਨੂੰ ਜਾਣਿਆ ਜਾਂਦਾ ਹਰਿਆਣਾ ਦੇ ਵਿੱਚ ਵੀ, ਦੇਸ਼ ਦੇ ਵਿੱਚ ਵੀ। ਤਾਂ ਇਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਪੰਜਾਬ ਸਰਕਾਰ ਪੰਜਾਬੀ ਸਵਾਲ ਖੜੇ ਕਰੇ ਜਾਏ ਨੇ ਕਿ ਪੰਜਾਬ ਸਰਕਾਰ इसका मतलब की है कि वाकई इस तरीके नाल लिया सकती है या नहीं लिया सकती, तो किसान परेशान होवेगा। यह जिक्र किया गया धनखड़ साहब के वल्लों। ਅਸੀਂ एक बहुत निक्के ਜਿਹੇ ब्रेक के लिए रुक रहे हैं, इस चर्चा ਨੂੰ ਅੱਗੇ ਵਧਾਵਾਂਗੇ ਅੱਜ ਤੇ ਲੰਬੀ ਤੇ ਵੱਡੀ ਬਹਿਸ ਲਗਾਤਾਰ ਅਸੀਂ ਕਰਾਂਗੇ ਕਿ ਵਾਕਈ ਇਹਨਾਂ ਬਿੱਲਾਂ ਦੇ ਨਾਲ ਪੰਜਾਬ ਦਾ ਕਿਸਾਨ ਸੰਤੁਸ਼ਟ ਹੈ ਜਾਂ ਨਹੀਂ ਹੈ, ਕਿ ਪੰਜਾਬ ਦਾ ਕਿਸਾਨ ਪਰੇਸ਼ਾਨ ਤਾਂ ਨਹੀਂ ਹੋ ਜਾਏਗਾ। ਹਰ ਇੱਕ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ। ਬ੍ਰੇਕ ਤੋਂ ਬਾਅਦ ਸਾਡੇ ਨਾਲ ਹੋਰ ਮਹਿਮਾਨ ਵੀ ਜੁੜਨਗੇ। ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ब्रेक तो बाद एक बार फिर तो तुहाडा स्वागत है। खबरों के प्राइम टाइम दे विच अज असीं चर्चा कर रहे हैं विधान सभा इजलास दे विच पेश किए गए बिल जो कर दिते गए पास। तो इस सब दे विच वाले सवाल जो दर्शकों को असीं पुछ रहे हैं, अज तुसीं अपनी राय साडे तक जरूर पहुंचाओ। अज पंजाब दे लोग घर बैठ के इस विधान सभा सैशन की कार्रवाई नूं किस तरीके नाल समझ रहे हैं, खास तौर पर किसान। ਉਹ ਤੁਹਾਡੀ ਰਾਏ ਸਾਡੇ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ। ਇਨਫੈਕਟ ਅਸੀਂ ਪੰਜਾਬ ਦੇ ਲੋਕਾਂ ਤੱਕ, ਸਿਆਸਤਦਾਨਾਂ ਤੱਕ, ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸਾਡਾ ਅੱਜ ਦਾ ਸਵਾਲ ਹੈ ਕਿ ਪੰਜਾਬ ਦੇ ਬਿੱਲ ਜੋ ਪੰਜਾਬ ਵਿਧਾਨ ਸਭਾ 'ਚ ਪੰਜਾਬ ਸਰਕਾਰ ਲੈ ਕੇ ਆਈ ਹੈ, ਕਿ ਪੰਜਾਬ ਦੇ ਬਿੱਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰ ਪਾਉਣਗੇ? ਬਹੁਤ ਸਿੱਧਾ ਸਵਾਲ ਹੈ। ਜੇਕਰ ਤੁਹਾਨੂੰ ਅੱਜ ਦੇ ਬਿੱਲ ਸਮਝ ਆਏ ਨੇ, ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਬਿੱਲ ਉਹ ਹੈਗੇ ਨੇ ਜੋ ਆਉਣੇ ਚਾਹੀਦੇ ਸੀ, ਕਿ ਘੱਟੋ ਘੱਟ ਪੰਜਾਬ ਦੇ ਕਿਸਾਨ ਨੂੰ ਹੁਣ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਤਾਂ ਤੁਸੀਂ ਟਾਈਪ ਕਰੋ न्यूज़ 18 स्पेस दे के PHH स्पेस दे के वाई। जेकर तो लगता है कि नहीं ये बिल राखी नहीं कर सकणगे, तो तुसी टाइप करो न्यूज़ 18 स्पेस दे के PHH स्पेस दे के N। इसनूं भेजना तुसी हर रोज की तरह 56677 दे उत्ते। असीं तुहाडी राय इस आखिर दे विच तुहाडे सामने रखांगे।
ਸੋ ਨਿਊਜ਼ 18 ਦੇ ਸਵਾਲ ਨੇ, ਕੀ ਪੰਜਾਬ ਦੇ ਬਿੱਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰ ਪਾਉਣਗੇ? ਕੀ ਪੰਜਾਬ ਦੇ ਬਿੱਲ ਕੇਂਦਰੀ ਕਾਨੂੰਨਾਂ ਨੂੰ ਬੇਅਸਰ ਕਰ ਸਕਦੇ ਨੇ? ਇਹ ਸਵਾਲ ਨੇ ਜਾਂ ਇਸੇ ਦੇ ਦੁਆਲੇ ਪੂਰੀ ਅਸੀਂ ਗੱਲਬਾਤ ਚਰਚਾ ਰੱਖਦੇ ਹਾਂ। ਕੀ ਕੇਂਦਰੀ ਕਾਨੂੰਨਾਂ ਨੂੰ ਓਵਰਰੂਲ ਕਰ ਸਕਦੀ ਹੈ ਰਾਜ ਸਰਕਾਰ? ਪੰਜਾਬ ਦੇ ਬਿੱਲਾਂ ਦੀ ਸੰਵਿਧਾਨਿਕ ਮਾਨਤਾ ਕੀ ਹੈ? ਕੀ ਨਵੇਂ ਬਿੱਲ ਮੰਡੀ ਸਿਸਟਮ ਤੇ ਸਰਕਾਰੀ ਖਰੀਦ ਨੂੰ ਬਚਾ ਪਾਉਣਗੇ? ਐਮਐਸਪੀ ਕਣਕ ਤੇ ਝੋਨੇ ਤੱਕ ਹੀ ਨਵੇਂ ਬਿੱਲਾਂ ਨੂੰ ਸੀਮਿਤ ਕਿਉਂ ਰੱਖਿਆ ਗਿਆ ਹੈ? ਇਹ ਸਾਰੇ ਸਵਾਲ ਨੇ ਜਿੱਥੇ ਸਾਡਾ ਪੂਰਾ ਗੱਲਬਾਤ ਦਾ ਫੋਕਸ ਰਹੇਗਾ, ਪੂਰਾ ਚਰਚਾ ਦਾ ਫੋਕਸ ਰਹੇਗਾ। ਲੰਬਾ ਅਸੀਂ ਇਸ ਚਰਚਾ ਨੂੰ ਲੈ ਕੇ ਜਾਵਾਂਗੇ। ਸਾਡੇ ਨਾਲ ਮਹਿਮਾਨ ਲਗਾਤਾਰ ਜੁੜੇ ਹੋਏ ਨੇ। ਪਹਿਲਾਂ ਸਾਡੀ ਕੋਸ਼ਿਸ਼ ਇਸ ਦੇ ਕਾਨੂੰਨੀ ਨੁਕਤੇ ਤੇ ਗੱਲ ਕਰਨ ਦੀ ਸੀ ਜਾਂ ਹਰਿਆਣਾ ਦੇ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਹੁਣ ਸਾਡੇ ਨਾਲ ਹੋਰ ਮਹਿਮਾਨ ਨੇ, ਇਸ ਚਰਚਾ ਨੂੰ ਅਸੀਂ ਅੱਗੇ ਵਧਾਵਾਂਗੇ, ਪਰ ਇੱਕ ਛੋਟਾ ਜਿਹਾ ਬ੍ਰੇਕ ਇੱਥੇ ਸਾਨੂੰ ਹੋਰ ਲੈਣਾ ਪੈਣਾ। ਤੁਸੀਂ ਆਪਣੀ ਰਾਈਟ ਸਾਈਡ ਤੱਕ ਜ਼ਰੂਰ ਪਹੁੰਚਾਓ। ਸਵਾਲਾਂ ਤੋਂ ਜੋ ਅਸੀਂ ਜ਼ਿਕਰ ਕੀਤਾ ਹੈ, ਇਹਨਾਂ ਦੇ ਆਲੇ ਦੁਆਲੇ ਹੀ ਇਹ ਸਾਰੇ ਉਹ ਸਵਾਲ ਨੇ ਜੋ ਤੁਹਾਡੇ ਜ਼ਿਹਨ ਦੇ ਵਿੱਚ ਉੱਠ ਰਹੇ ਹੋਣਗੇ। ਅਸੀਂ ਵੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਜਵਾਬ ਲੈਣ ਦੀ। ਰੁਕਨੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ।